ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਚੌਥੇ ਸ਼ਬਦ ਭੇਦ ਬਾਰੇ ਗੱਲਬਾਤ ਕਰਾਂਗੇ, ਜਿਸ ਦਾ ਨਾਂ ਹੈ ਕਿਰਿਆ। ਸੋ ਸਾਡਾ ਅੱਜ ਦਾ ਵਿਸ਼ਾ ਹੈ ਕਿਰਿਆ। ਕਿਰਿਆ ਕੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨੁੱਖ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਾ ਹੋਇਆ ਹੈ। ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਦਿਆਂ ਦੇਖਦੇ ਹਾਂ, ਜਿਵੇਂ ਬੱਚਾ ਖੇਡਦਾ ਹੈ, ਮਾਲੀ ਫੁੱਲ ਤੋੜਦਾ ਹੈ, ਡਰਾਈਵਰ ਗੱਡੀ ਚਲਾਉਂਦਾ ਹੈ, ਮਾਤਾ ਜੀ ਸਬਜ਼ੀ ਕੱਟਦੇ ਹਨ, ਤਰਖਾਣ ਕੁਰਸੀ ਬਣਾਉਂਦਾ ਹੈ, ਨਾਨੀ ਜੀ ਕਹਾਣੀ ਸੁਣਾਉਂਦੇ ਹਨ, ਸੁਖਜੀਤ ਗਿਟਾਰ ਵਜਾ ਰਹੀ ਹੈ ਆਦਿ। ਇਹਨਾਂ ਸਾਰੇ ਵਾਕਾਂ ਵਿੱਚ ਕੋਈ ਨਾ ਕੋਈ ਕਿਰਿਆ ਹੋ ਰਹੀ ਹੈ। ਇਸ ਤਰ੍ਹਾਂ ਹੱਸਣਾ, ਰੋਣਾ, ਗਾਉਣਾ, ਖਾਣਾ, ਪੀਣਾ, ਪੜ੍ਹਨਾ, ਲਿਖਣਾ, ਖੇਡਣਾ, ਦੌੜਨਾ, ਸੌਣਾ ਆਦਿ ਸਾਰੇ ਸ਼ਬਦ ਕਿਰਿਆ ਹਨ। ਸੋ ਕਿਰਿਆ ਕੀ ਹੈ? ਇਸ ਸ਼੍ਰੇਣੀ ਵਿੱਚ ਉਹ ਸ਼ਬਦ ਰੱਖੇ ਜਾਂਦੇ ਹਨ ਜਿਨ੍ਹਾਂ ਤੋਂ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ। ਇਸ ਦ੍ਰਿਸ਼ਟੀ ਤੋਂ ਇਹ ਕਿਰਿਆ ਸ਼ਬਦ ਵਾਕ ਵਿੱਚ ਵਿਧੇਯ ਦੇ ਅਹਿਮ ਹਿੱਸੇ ਵਜੋਂ ਵਿਚਰ ਕੇ ਆਪਣੇ ਵਾਕਾਤਮਿਕ ਕਾਰਜ ਨੂੰ ਪੂਰਾ ਕਰਦੇ ਹਨ। ਸੋ ਅਸੀਂ ਕਿਰਿਆ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਵਾਪਰਨ, ਕਰਨ ਜਾਂ ਹੋਣ ਦਾ ਪਤਾ ਲੱਗਦਾ ਹੋਵੇ, ਉਹਨਾਂ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ। ਬਿਨਾਂ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਆਮ ਤੌਰ 'ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ, ਪਰ ਆਮ ਬੋਲਚਾਲ ਵਾਲੀ ਬੋਲੀ ਵਿੱਚ ਇਸ ਦੇ ਸਥਾਨ ਵਿੱਚ ਤਬਦੀਲੀ ਵੀ ਸੰਭਵ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਹੈ ਕਰਤਾ, ਕਰਮ ਅਤੇ ਕਿਰਿਆ। ਜਿਵੇਂ ਵਾਕ ਹੈ, ਮਾਤਾ ਜੀ ਰੋਟੀ ਪਕਾਉਂਦੇ ਹਨ। ਇਸ ਵਾਕ ਵਿੱਚ ਮਾਤਾ ਜੀ ਕਰਤਾ ਹੈ, ਰੋਟੀ ਕਰਮ ਹੈ, ਪਕਾਉਂਦੇ ਹਨ ਕਿਰਿਆ ਹੈ। ਕੰਮ ਕਰਨ ਵਾਲੇ ਨੂੰ ਕਰਤਾ ਕਹਿੰਦੇ ਹਨ ਅਤੇ ਕਿਰਿਆ ਦਾ ਜਿਸ 'ਤੇ ਪ੍ਰਭਾਵ ਪੈਂਦਾ ਹੈ ਉਸ ਨੂੰ ਕਰਮ ਕਹਿੰਦੇ ਹਨ। ਇਸ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਜੋ ਹੈ ਉਸ ਵਿੱਚ ਪਹਿਲਾਂ ਕਰਤਾ ਹੁੰਦਾ ਹੈ, ਫਿਰ ਕਰਮ ਅਤੇ ਫਿਰ ਕਿਰਿਆ। ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ। ਕਿਰਿਆ ਦੀ ਵੰਡ ਅਸੀਂ 4 ਭਾਗਾਂ ਵਿੱਚ ਕਰ ਸਕਦੇ ਹਾਂ। ਪਹਿਲੀ ਪ੍ਰਕਾਰ ਦੀ ਕਿਰਿਆ ਵੰਡ ਹੈ ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਦੂਜੀ ਪ੍ਰਕਾਰ ਦੀ ਕਿਰਿਆ ਵੰਡ ਹੈ, ਪਹਿਲੀ ਹੈ ਸਧਾਰਨ ਕਿਰਿਆ, ਦੂਸਰੀ ਹੈ ਪ੍ਰੇਰਨਾਰਥਕ ਕਿਰਿਆ ਅਤੇ ਤੀਸਰੀ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਤੀਜੀ ਪ੍ਰਕਾਰ ਦੀ ਕਿਰਿਆ ਵੰਡ ਅਸੀਂ 2 ਤਰੀਕੇ ਨਾਲ ਕਰ ਸਕਦੇ ਹਾਂ। ਪਹਿਲੀ ਹੈ ਇਕਹੇਰੀ ਕਿਰਿਆ ਅਤੇ ਦੂਸਰੀ ਹੈ ਸੰਯੁਕਤ ਕਿਰਿਆ। ਚੌਥੀ ਪ੍ਰਕਾਰ ਦੀ ਕਿਰਿਆ ਵੰਡ ਵਿੱਚ ਪਹਿਲੀ ਹੈ ਮੂਲ ਕਿਰਿਆ ਜਾਂ ਮੁੱਖ ਕਿਰਿਆ, ਦੂਸਰੀ ਹੈ ਸਹਾਇਕ ਕਿਰਿਆ ਅਤੇ ਤੀਸਰੀ ਹੈ ਸੰਸਰਗੀ ਕਿਰਿਆ। ਸਭ ਤੋਂ ਪਹਿਲਾਂ ਆਪਾਂ ਕਿਰਿਆ ਦੀ ਪਹਿਲੀ ਪ੍ਰਕਾਰ ਦੀ ਵੰਡ ਦੇਖਾਂਗੇ। ਇਹ ਵੰਡ ਕਰਤਾ ਅਤੇ ਕਰਮ ਦੇ ਸੰਬੰਧ ਦੇ ਆਧਾਰ 'ਤੇ ਹੈ। ਇਸ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਹੈ ਅਕਰਮਕ ਕਿਰਿਆ ਅਤੇ ਦੂਸਰੀ ਹੈ ਸਕਰਮਕ ਕਿਰਿਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਅਕਰਮਕ ਕਿਰਿਆ ਕੀ ਹੈ। ਅਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ। ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਭਾਵ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ, ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ। ਜਿਵੇਂ ਸਾਡੇ ਕੋਲ 2 ਵਾਕ ਹਨ, ਮੁੰਡਾ ਦੌੜਦਾ ਹੈ, ਪੱਖਾ ਚੱਲਦਾ ਹੈ। ਅਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਇਸ ਦੀ ਕਿਰਿਆ ਤੋਂ ਪਹਿਲਾਂ ਕੀ ਸ਼ਬਦ ਲਾ ਕੇ ਪ੍ਰਸ਼ਨ ਕਰਨ ਨਾਲ ਕੋਈ ਉੱਤਰ ਨਹੀਂ ਮਿਲਦਾ। ਜਿਵੇਂ ਪਹਿਲਾ ਵਾਕ ਹੈ ਮੁੰਡਾ ਦੌੜਦਾ ਹੈ,
इस वाक विच दौड़दा है किरिया है। जदों असीं इस वाक दे विच किरिया तो पहलां की शब्द लगाउंदे हां तां साडे कोल वाक बनदा है मुंडा की दौड़दा है, ते इसदा साडे कोल कोई भी जवाब नहीं मिलदा। इस वाक दे विच मुंडा करता है अते दौड़दा है किरिया है, पर कर्म नहीं है। जदों असीं किरिया तो पहलां की शब्द लगाउंदे हां मुंडा की दौड़दा है तां सानूं कोई भी जवाब नहीं मिलदा। दूसरा वाक है पक्खा चलदा है। इस वाक विच पक्खा करता है अते चलदा है किरिया है, पर कर्म नहीं है। जदों असीं किरिया शब्द तो पहलां की शब्द लगाउंदे हां पक्खा की चलदा है तां सानूं कोई भी जवाब नहीं मिलदा। इस तरह अकर्मक किरिया ਉਹ ਕਿਰਿਆ ਹੁੰਦੀ ਹੈ ਜਿਸ ਵਿੱਚ ਕਰਤਾ ਅਤੇ ਕਿਰਿਆ ਤਾਂ ਹੁੰਦੀ ਹੈ ਪਰ ਕਰਮ ਨਹੀਂ ਹੁੰਦਾ। ਕਿਰਿਆ ਦੀ ਪਹਿਲੀ ਪ੍ਰਕਾਰ ਦੀ ਵੰਡ ਵਿੱਚ ਦੂਜੀ ਕਿਸਮ ਹੈ ਸਕਰਮਕ ਕਿਰਿਆ। ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਸਾਡੇ ਕੋਲ ਦੋ ਵਾਕ ਹਨ, ਮੁੰਡਾ ਫੁੱਟਬਾਲ ਖੇਡਦਾ ਹੈ, ਪਿਤਾ ਜੀ ਅਖਬਾਰ ਪੜ੍ਹਦੇ ਹਨ। ਸਕਰਮਕ ਕਿਰਿਆ ਦੇ ਅੱਗੇ ਕੀ ਸ਼ਬਦ ਲਾ ਕੇ ਪ੍ਰਸ਼ਨ ਕੀਤਿਆਂ ਉੱਤਰ ਮਿਲ ਜਾਂਦਾ ਹੈ। ਕਿਵੇਂ? ਜਿਵੇਂ ਸਾਡੇ ਕੋਲ ਪਹਿਲਾ ਵਾਕ ਹੈ ਮੁੰਡਾ ਫੁੱਟਬਾਲ ਖੇਡਦਾ ਹੈ। ਜੇਕਰ ਅਸੀਂ ਕਿਰਿਆ ਤੋਂ ਪਹਿਲਾਂ ਕੀ ਸ਼ਬਦ ਲਗਾਉਂਦੇ ਹਾਂ ਮੁੰਡਾ ਕੀ ਖੇਡਦਾ ਹੈ ਤਾਂ ਸਾਨੂੰ ਉੱਤਰ ਮਿਲੇਗਾ ਫੁੱਟਬਾਲ। ਇਹ ਸਕਰਮਕ ਕਿਰਿਆ ਹੈ क्योंकि इस विच फुटबाल शब्द कर्म है। दूसरा वाक है पिता जी अखबार पढ़ते हैं। इस वाक की क्रिया तो पहला जेकर असी की शब्द की वरतों करते हाँ तो साडा वाक बनेगा पिता जी की पढ़ते हैं, तो उत्तर मिलेगा अखबार। अखबार शब्द कर्म है, यह सकर्मक क्रिया है। सो ਕਿਰਿਆ ਦੀ ਪਹਿਲੀ ਪ੍ਰਕਾਰ ਦੀ ਵੰਡ ਦੋ ਤਰ੍ਹਾਂ ਨਾਲ ਹੁੰਦੀ ਹੈ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਅਕਰਮਕ ਕਿਰਿਆ ਵਿੱਚ ਕਿਰਿਆ ਦਾ ਪ੍ਰਭਾਵ ਸਿਰਫ ਕਰਤਾ ਤੱਕ ਹੀ ਰਹਿੰਦਾ ਹੈ ਕਿਉਂਕਿ ਵਾਕ ਵਿੱਚ ਕਰਮ ਨਹੀਂ ਹੁੰਦਾ, ਪਰ ਸਕਰਮਕ ਕਿਰਿਆ ਵਿੱਚ ਕਿਰਿਆ ਦਾ ਪ੍ਰਭਾਵ ਕਰਤਾ ਅਤੇ ਕਰਮ ਦੋਹਾਂ ਤੇ ਹੁੰਦਾ ਹੈ। ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਤਿੰਨ ਤਰ੍ਹਾਂ ਨਾਲ ਹੁੰਦੀ ਹੈ। ਪਹਿਲੀ ਹੈ ਸਧਾਰਨ ਕਿਰਿਆ, ਦੂਸਰੀ ਹੈ ਪ੍ਰੇਰਨਾਰਥਕ ਕਿਰਿਆ ਅਤੇ ਤੀਸਰੀ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਧਾਰਨ ਕਿਰਿਆ ਬਾਰੇ ਕਿ ਸਧਾਰਨ ਕਿਰਿਆ ਕੀ ਹੈ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਵਾਕ ਵਿੱਚ ਕਿਰਿਆ ਨਾਲ ਗੁਪਤ ਜਾਂ ਪ੍ਰਗਟ ਰੂਪ ਵਿੱਚ ਸਪੰਦਕ ਨਾ ਲੱਗਾ ਹੋਵੇ, ਉਸ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਵਾਕ ਹੈ ਮੈਂ ਨਾਵਲ ਪੜ੍ਹਦਾ ਹਾਂ। ਇਸ ਵਾਕ ਵਿੱਚ ਮੈਂ ਕਰਤਾ ਹੈ ਅਤੇ ਨਾਵਲ ਖੁਦ ਕਰਤੇ ਦੁਆਰਾ ਪੜ੍ਹਿਆ ਜਾ ਰਿਹਾ ਹੈ, ਭਾਵ ਕਿਰਿਆ ਨੂੰ ਕਰਨ ਵਾਲਾ ਕਰਤਾ ਖੁਦ ਆਪ ਹੈ, ਸੋ ਇਹ ਸਧਾਰਨ ਕਿਰਿਆ ਹੈ। ਦੂਸਰੀ ਹੈ ਪ੍ਰੇਰਨਾਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ, ਸਗੋਂ ਕਿਰਿਆ ਕਿਸੇ ਹੋਰ ਨੂੰ ਪ੍ਰੇਰਨਾ ਦੇ ਕੇ ਉਸ ਕੋਲੋਂ ਕਰਵਾਈ ਜਾ ਰਹੀ ਹੈ, ਉਸ ਕਿਰਿਆ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਗੁਰਬੀਰ ਸਿੰਘ ਦੇ ਪਿਤਾ ਜੀ ਉਸ ਤੋਂ ਹਰ ਰੋਜ਼ ਸਕੂਲ ਦਾ ਕੰਮ ਕਰਵਾਉਂਦੇ ਹਨ। ਇਸ ਵਾਕ ਵਿੱਚ ਇੱਕ ਪਿਤਾ ਦੁਆਰਾ ਆਪਣੇ ਬੱਚੇ ਨੂੰ ਪ੍ਰੇਰਨਾ ਦੇ ਕੇ ਉਸ ਕੋਲੋਂ ਸਕੂਲ ਦਾ ਕੰਮ ਕਰਵਾਇਆ ਜਾ ਰਿਹਾ ਹੈ। ਕਿਰਿਆ ਦੀ ਤੀਸਰੀ ਕਿਸਮ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਇੱਕ ਨਿੱਕਾ ਜਿਹਾ ਬੱਚਾ ਆਪਣੇ ਦਾਦਾ ਜੀ ਨੂੰ ਕਹਿੰਦਾ ਹੈ, ਦਾਦਾ ਜੀ
ਮੈਂ ਬਹੁਤ ਹੀ ਵਧੀਆ ਨੰਬਰਾਂ ਨਾਲ 5ਵੀਂ ਜਮਾਤ ਪਾਸ ਕਰ ਲਈ ਹੈ। ਹੁਣ ਮੇਰੇ ਲਈ ਪਿਤਾ ਜੀ ਕੋਲੋਂ ਇੱਕ ਸੋਹਣੀ ਜਿਹੀ ਘੜੀ ਦਿਲਵਾ ਦਿਓ। ਇਸ ਵਾਕ ਵਿੱਚ ਇੱਕ ਬੱਚਾ ਆਪਣੇ ਦਾਦਾ ਜੀ ਰਾਹੀਂ ਆਪਣੇ ਪਿਤਾ ਜੀ ਕੋਲੋਂ ਕੰਮ ਕਰਵਾਉਣਾ ਚਾਹੁੰਦਾ ਹੈ, ਸੋ ਇਸ ਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ। ਕਿਰਿਆ ਦੇ ਇਹਨਾਂ ਤਿੰਨਾਂ ਭੇਦਾਂ ਦੀਆਂ ਆਪਾਂ ਕੁਝ ਉਦਾਹਰਨਾਂ ਦੇਖ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ। ਲਿਖਣਾ ਸਧਾਰਨ ਕਿਰਿਆ ਹੈ, ਲਿਖਾਉਣਾ ਪ੍ਰੇਰਨਾਰਥਕ, ਲਿਖਵਾਉਣਾ ਦੋਹਰੀ ਪ੍ਰੇਰਨਾਰਥਕ। ਪਕੜਨਾ ਸਧਾਰਨ ਕਿਰਿਆ ਹੈ, ਪਕੜਾਉਣਾ ਪ੍ਰੇਰਨਾਰਥਕ ਕਿਰਿਆ, ਪਕੜਵਾਉਣਾ ਦੋਹਰੀ ਪ੍ਰੇਰਨਾਰਥਕ ਕਿਰਿਆ। ਪਿੰਜਣਾ ਸ਼ਬਦ ਸਧਾਰਨ ਕਿਰਿਆ ਹੈ, ਪਰ ਪਿੰਜਾਉਣਾ ਪ੍ਰੇਰਨਾਰਥਕ ਕਿਰਿਆ ਹੈ ਅਤੇ ਪਿੰਜਵਾਉਣਾ ਦੋਹਰੀ ਪ੍ਰੇਰਨਾਰਥਕ ਕਿਰਿਆ ਹੈ। ਇਸੇ ਤਰ੍ਹਾਂ ਪੜ੍ਹਨਾ ਸ਼ਬਦ ਸਧਾਰਨ ਕਿਰਿਆ ਹੈ, ਪਰ ਪੜ੍ਹਾਉਣਾ ਸ਼ਬਦ ਪ੍ਰੇਰਨਾਰਥਕ ਕਿਰਿਆ ਹੈ ਅਤੇ ਪੜ੍ਹਵਾਉਣਾ ਸ਼ਬਦ ਦੋਹਰੀ ਪ੍ਰੇਰਨਾਰਥਕ ਕਿਰਿਆ ਹੈ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਵਿਛਣਾ। ਵਿਛਣਾ ਸ਼ਬਦ ਸਧਾਰਨ ਕਿਰਿਆ ਹੈ, ਵਿਛਾਉਣਾ ਸ਼ਬਦ ਪ੍ਰੇਰਨਾਰਥਕ ਕਿਰਿਆ ਹੈ ਅਤੇ ਵਿਛਵਾਉਣਾ ਸ਼ਬਦ ਦੋਹਰੀ ਪ੍ਰੇਰਨਾਰਥਕ ਕਿਰਿਆ ਹੈ। ਕਿਰਿਆ ਦੀ ਤੀਜੀ ਪ੍ਰਕਾਰ ਦੀ ਵੰਡ ਹੈ, ਜਿਸ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ, ਇਕੇਰੀ ਕਿਰਿਆ ਅਤੇ ਸੰਯੁਕਤ ਕਿਰਿਆ। ਇਕੇਰੀ ਕਿਰਿਆ ਕੀ ਹੁੰਦੀ ਹੈ? ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕੇਰੀ ਕਿਰਿਆ ਕਹਿੰਦੇ ਹਨ। ਜਿਵੇਂ ਸਾਡੇ ਕੋਲ ਸ਼ਬਦ ਹੈ ਰੂਪਕੀਰਤ ਕਿਤਾਬ ਪੜ੍ਹ। ਇਸ ਵਾਕ ਵਿੱਚ ਪੜ੍ਹ ਕਿਰਿਆ ਇੱਕ ਹੀ ਸ਼ਬਦ ਦੀ ਹੈ, ਸੋ ਇਹ ਇਕੇਰੀ ਕਿਰਿਆ ਹੈ। ਅਤੇ ਦੂਸਰੀ ਕਿਰਿਆ ਹੈ ਸੰਯੁਕਤ ਕਿਰਿਆ। ਸੰਯੁਕਤ ਕਿਰਿਆ ਕੀ ਹੁੰਦੀ ਹੈ? ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਹਿੰਦੇ ਹਨ। ਜਿਵੇਂ ਵਾਕ ਹੈ ਮੈਂ ਹਰ ਰੋਜ਼ ਪੜ੍ਹਿਆ ਕਰਾਂਗਾ। ਇਸ ਵਾਕ ਵਿੱਚ ਕਿਰਿਆ ਇੱਕ ਤੋਂ ਵਧੇਰੇ ਸ਼ਬਦਾਂ, ਦੋ ਸ਼ਬਦਾਂ ਨਾਲ ਬਣੀ ਹੈ। ਇੱਕ ਹੈ ਪੜ੍ਹਿਆ ਅਤੇ ਦੂਸਰਾ ਹੈ ਕਰਾਂਗਾ। ਪੜ੍ਹਿਆ ਅਤੇ ਕਰਾਂਗਾ ਨਾਲ ਬਣੀ ਹੈ, ਇਸ ਤਰ੍ਹਾਂ ਇਹ ਸੰਯੁਕਤ ਕਿਰਿਆ ਹੈ। ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਹੈ ਮੂਲ ਕਿਰਿਆ ਜਾਂ ਮੁੱਖ ਕਿਰਿਆ, ਸਹਾਇਕ ਕਿਰਿਆ ਅਤੇ ਸੰਸਰਗੀ ਕਿਰਿਆ। ਸਭ ਤੋਂ ਪਹਿਲਾਂ ਹੈ ਮੂਲ ਕਿਰਿਆ ਜਾਂ ਮੁੱਖ ਕਿਰਿਆ। ਮੂਲ ਕਿਰਿਆ ਮੁੱਖ ਕਿਰਿਆ ਹੁੰਦੀ ਹੈ, ਜਿਵੇਂ ਪੜ੍ਹ, ਲਿਖ, ਖਾ। ਅਤੇ ਸਹਾਇਕ ਕਿਰਿਆ ਮੂਲ ਕਿਰਿਆ ਦੇ ਨਾਲ ਆਉਂਦੀ ਹੈ। ਸਹਾਇਕ ਕਿਰਿਆ ਜਿਵੇਂ ਹੈ, ਹਨ, ਹਾਂ, ਸੀ, ਸਨ ਆਦਿ ਸਹਾਇਕ ਕਿਰਿਆਵਾਂ ਹਨ। ਜਿਵੇਂ ਵਾਕ ਹੈ ਭੈਣ ਜੀ ਕੁਰਸੀ ਉੱਤੇ ਬੈਠੇ ਹਨ। ਇਸ ਵਾਕ ਵਿੱਚ ਬੈਠੇ ਸ਼ਬਦ ਮੂਲ ਕਿਰਿਆ ਹੈ ਅਤੇ ਹਨ ਸ਼ਬਦ ਸਹਾਇਕ ਕਿਰਿਆ ਹੈ। ਜਿਵੇਂ ਸਾਡੇ ਕੋਲ ਵਾਕ ਹੈ ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ। ਇਸ ਵਾਕ ਵਿੱਚ ਪੜ੍ਹਾਇਆ ਸ਼ਬਦ ਜਿਹੜਾ ਹੈ ਉਹ ਮੂਲ ਕਿਰਿਆ ਹੈ ਅਤੇ ਸੀ ਸ਼ਬਦ ਸਹਾਇਕ ਕਿਰਿਆ ਹੈ। ਜਿਵੇਂ ਇੱਕ ਹੋਰ ਵਾਕ ਹੈ ਖਾਲੀ ਘੰਟੀ ਵਿੱਚ ਬੱਚੇ ਰੌਲਾ ਪਾਉਂਦੇ ਸਨ। ਇਸ ਵਾਕ ਵਿੱਚ ਪਾਉਂਦੇ ਸ਼ਬਦ ਜੋ ਹੈ ਉਹ ਮੂਲ ਕਿਰਿਆ ਹੈ ਅਤੇ ਸਨ ਸ਼ਬਦ ਜੋ ਹੈ ਉਹ ਸਹਾਇਕ ਕਿਰਿਆ ਹੈ। ਇਸ ਤੋਂ ਇਲਾਵਾ ਤੀਸਰੀ ਕਿਸਮ ਹੈ ਸੰਸਰਗੀ ਕਿਰਿਆ, ਜਿਸ ਦੇ ਅੰਤ ਵਿੱਚ ਸਹਾਇਕ ਕਿਰਿਆ ਇਕੱਲੀ ਆਵੇ ਉਸ ਨੂੰ ਸੰਸਰਗੀ ਕਿਰਿਆ ਕਹਿੰਦੇ ਹਨ। ਹੁਣ ਅਸੀਂ ਗੱਲ ਕਰਾਂਗੇ ਵਾਚ ਬਾਰੇ। ਵਾਚ ਕੀ ਹੈ? ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਕੌਣ ਪ੍ਰਧਾਨ ਹੈ, ਕਰਤਾ, ਕਰਮ ਜਾਂ ਭਾਵ, ਉਸ ਨੂੰ ਵਾਚ ਕਹਿੰਦੇ ਹਨ। ਵਾਚ ਤਿੰਨ ਪ੍ਰਕਾਰ ਦੇ ਹੁੰਦੇ ਹਨ। ਪਹਿਲੀ ਕਿਸਮ ਹੈ ਕਰਤਰੀਵਾਚ, ਦੂਸਰੀ ਕਿਸਮ ਹੈ ਕਰਮਣੀਵਾਚ ਅਤੇ ਤੀਸਰੀ ਕਿਸਮ ਹੈ ਭਾਵਵਾਚ।
ਕਰਤਰੀਵਾਚ ਕੀ ਹੈ? ਕਰਤਰੀਵਾਚ ਵਾਲੇ ਹਰ ਵਾਕ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ। ਜਿਵੇਂ ਪਹਿਲਾ ਵਾਕ ਹੈ ਮੁੰਡਿਆਂ ਨੇ ਮੈਚ ਜਿੱਤਿਆ। ਇਸ ਵਾਕ ਵਿੱਚ ਮੁੰਡਿਆਂ ਸ਼ਬਦ ਕਰਤਾ ਹੈ। ਦੂਸਰਾ ਵਾਕ ਹੈ ਮਾਤਾ ਜੀ ਨੇ ਰੋਟੀ ਪਕਾਈ। ਇਸ ਵਾਕ ਵਿੱਚ ਮਾਤਾ ਜੀ ਕਰਤਾ ਹਨ। ਤੀਸਰਾ ਵਾਕ ਹੈ ਲੜਕਾ ਸਵਾਲ ਕੱਢੇਗਾ। ਇਸ ਵਾਕ ਵਿੱਚ ਲੜਕਾ ਸ਼ਬਦ ਕਰਤਾ ਹੈ। ਚੌਥਾ ਵਾਕ ਹੈ ਅਧਿਆਪਕ ਪਾਠ ਪੜ੍ਹਾਵੇਗਾ। ਇਸ ਵਾਕ ਵਿੱਚ ਅਧਿਆਪਕ ਸ਼ਬਦ ਕਰਤਾ ਹੈ। ਇਸ ਤਰ੍ਹਾਂ ਕਿਰਿਆ ਦਾ ਰੂਪ ਵੀ ਕਰਤਾ ਅਨੁਸਾਰ ਹੈ। ਦੂਸਰੀ ਕਿਸਮ ਹੈ ਕਰਮਣੀਵਾਚ। ਕਰਮਣੀਵਾਚ ਵਾਲੇ ਵਾਕਾਂ ਵਿੱਚ ਕਰਮ ਪ੍ਰਧਾਨ ਹੁੰਦਾ ਹੈ। ਇਹਨਾਂ ਵਾਕਾਂ ਵਿੱਚ ਕਰਤਾ ਸ਼ਬਦ ਨਹੀਂ ਹੁੰਦਾ। ਉਂਝ ਕਰਤਾ ਦਾ ਅਨੁਮਾਨ ਲਾ ਸਕਦੇ ਹਾਂ ਪਰ ਕਰਤਾ ਪ੍ਰਧਾਨ ਨਹੀਂ ਹੁੰਦਾ। ਜਿਵੇਂ ਪਹਿਲਾ ਵਾਕ ਹੈ ਦੁੱਧ ਡੁੱਲ ਗਿਆ। ਇਸ ਵਾਕ ਵਿੱਚ ਦੁੱਧ ਸ਼ਬਦ ਕਰਮ ਹੈ। ਦੂਸਰਾ ਵਾਕ ਹੈ ਮੈਚ ਜਿੱਤ ਲਿਆ ਗਿਆ। ਇਸ ਵਾਕ ਵਿੱਚ ਮੈਚ ਸ਼ਬਦ ਕਰਮ ਹੈ। ਤੀਸਰਾ ਵਾਕ ਹੈ ਰੋਟੀ ਪੱਕ ਗਈ। ਇਸ ਵਾਕ ਵਿੱਚ ਰੋਟੀ ਸ਼ਬਦ ਕਰਮ ਹੈ। ਚੌਥਾ ਵਾਕ ਹੈ ਘਰ ਘਰ ਲੋਹੜੀ ਮਨਾਈ ਜਾਵੇਗੀ। ਇਸ ਵਾਕ ਵਿੱਚ ਲੋਹੜੀ ਸ਼ਬਦ ਕਰਮ ਹੈ। ਇਸ ਤਰ੍ਹਾਂ ਇਹਨਾਂ ਵਾਕਾਂ ਦੇ ਵਿੱਚ ਕਿਰਿਆ ਦੇ ਰੂਪ ਕਰਮ ਅਨੁਸਾਰ ਬਣੇ ਹਨ। ਤੀਸਰੀ ਕਿਸਮ ਹੈ ਭਾਵਵਾਚ। ਭਾਵਵਾਚ ਵਾਲੇ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਵੇਂ ਨਹੀਂ ਹੁੰਦੇ। ਕੇਵਲ ਭਾਵ ਅਨੁਸਾਰ ਕਿਰਿਆ ਹੀ ਪ੍ਰਧਾਨ ਹੁੰਦੀ ਹੈ। ਜਿਵੇਂ ਪਹਿਲਾ ਵਾਕ ਹੈ ਭੁੱਖੇ ਢਿੱਡ ਹੱਸਿਆ ਨਹੀਂ ਜਾਂਦਾ। ਇਸ ਵਾਕ ਵਿੱਚ ਨਾ ਹੀ ਕਰਤਾ ਹੈ ਅਤੇ ਨਾ ਹੀ ਕਰਮ ਹੈ, ਸਿਰਫ ਤੇ ਸਿਰਫ ਭਾਵ ਪ੍ਰਧਾਨ ਹੈ। ਦੂਸਰਾ ਵਾਕ ਹੈ ਖਾਲੀ ਹੱਥ ਲੜਿਆ ਨਹੀਂ ਜਾਂਦਾ। ਇਸ ਵਾਕ ਵਿੱਚ ਵੀ ਨਾ ਹੀ ਕਰਤਾ ਹੈ ਅਤੇ ਨਾ ਹੀ ਕਰਮ ਹੈ, ਸਿਰਫ ਤੇ ਸਿਰਫ ਭਾਵ ਦੀ ਪ੍ਰਧਾਨਤਾ ਹੈ। ਤੀਸਰਾ ਵਾਕ ਹੈ ਐਵੇਂ ਹੀ ਨਾ ਤਾਂ ਹੱਸਿਆ ਜਾਂਦਾ ਹੈ ਨਾ ਰੋਇਆ ਜਾਂਦਾ ਹੈ। ਇਸ ਵਾਕ ਵਿੱਚ ਵੀ ਕਰਤਾ ਅਤੇ ਕਰਮ ਦੋਵੇਂ ਨਹੀਂ ਹਨ। ਕੇਵਲ ਭਾਵ ਅਨੁਸਾਰ ਕਿਰਿਆ ਹੀ ਪ੍ਰਧਾਨ ਹੈ। ਹੁਣ ਅਸੀਂ ਕਿਰਿਆ ਬਾਰੇ ਅਭਿਆਸ ਦੇ ਤੌਰ 'ਤੇ ਕੁਝ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ ਕਿਰਿਆ ਕਿਸ ਨੂੰ ਆਖਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ, ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਕਰਤਾ ਤੋਂ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਜੋ ਕੰਮ ਕਰਦਾ ਹੈ, ਕਰਤਾ ਅਖਵਾਉਂਦਾ ਹੈ। ਤੀਸਰਾ ਪ੍ਰਸ਼ਨ ਹੈ ਕਰਮ ਤੋਂ ਕੀ ਭਾਵ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਕਰਮ ਕਰਕੇ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਕਰਮ ਕਰਕੇ ਕਿਰਿਆ 2 ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਕਿਸਮ ਹੈ ਅਕਰਮਕ ਕਿਰਿਆ ਅਤੇ ਦੂਸਰੀ ਕਿਸਮ ਦਾ ਨਾਂ ਹੈ ਸਕਰਮਕ ਕਿਰਿਆ। ਅਗਲਾ ਪ੍ਰਸ਼ਨ ਹੈ ਅਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ
सूरज निकल आया वाक विच करता शब्द किहड़ा है? इस वाक दे विच करता शब्द सूरज है। अगला प्रश्न है सकर्मक क्रिया किसनूं कहंदे हन? इस प्रश्न का उत्तर है जिहड़े वाक विच क्रिया दा करता ते कर्म दोवें होण उसनूं सकर्मक क्रिया कहा जाता है। अगला प्रश्न है तू किताब पढ़ वाक विचों इकेरी क्रिया चुनो। इस वाक दे विच इकेरी क्रिया है पढ़। अगला प्रश्न है इकेरी क्रिया किसनूं कहंदे हन? इस प्रश्न का उत्तर है जिस वाक विच क्रिया एक शब्द दी होवे उसनूं इकेरी क्रिया कहंदे हन। अगला प्रश्न है सधारण क्रिया किसनूं आखदे हन? इस प्रश्न का उत्तर है क्रिया दे जिस रूप तो पता लगे कि उसनूं करन वाला करता आप है उस क्रिया नूं सधारण क्रिया कहा जाता है। अगला प्रश्न है प्रेरणार्थक क्रिया किसनूं आखदे हन? इस प्रश्न का उत्तर है क्रिया दे जिस रूप तो यह पता लगे कि उसनूं करन वाला करता आप नहीं सगों क्रिया किसी होर तो करवाई जाती है उस क्रिया नूं प्रेरणार्थक क्रिया कहा जाता है। क्रिया शब्दां दे हेठां लकीर लगाओ। इत्थे कुछ वाक लिखे हुए हैं। इन्हां वाकां दे विचों असीं क्रिया शब्दां दी चोण करके क्रिया शब्दां दे हेठां लकीर लगाउणी है। जिवें पहला वाक है हरबंस उच्ची उच्ची रो रहा है। दूसरा वाक है रेल गड्डी आएगी। तीसरा वाक है वह दरवाज़ा बंद कर रहा है। चौथा वाक है धोबी कपड़े धो रहा है। पंजवां वाक है अध्यापका जी जमात विच पढ़ाउंदी है। छेवां वाक है कुड़ी रस्सी टपदी है। सतवां वाक है दर्जी कपड़े सिऊं रहा है। हुण असीं इन्हां दिते हुए वाकां दे विचों क्रिया शब्दां दी चोण करांगे अते क्रिया शब्दां दे हेठां लकीर लगावांगे। पहले वाक हरबंस उच्ची उच्ची रो रहा है। इस वाक दे विच क्रिया शब्द हन रो रहा है। दूसरा वाक है रेल गड्डी आएगी। इस वाक दे विच आएगी शब्द क्रिया है। तीसरा वाक है वह दरवाज़ा बंद कर रहा है। इस वाक दे विच बंद कर रहा है शब्द क्रिया हन। चौथा वाक है धोबी कपड़े धो रहा है। इस वाक दे विच धो रहा है शब्द क्रिया हन। पंजवां वाक है अध्यापका जी जमात विच पढ़ाउंदी है। इस वाक दे विच पढ़ाउंदी है शब्द क्रिया हन। छेवां वाक है कुड़ी रस्सी टपदी है। इस वाक विच टपदी है शब्द क्रिया हन। अगला वाक है दर्जी कपड़े सिऊं रहा है। इस वाक दे विच सिऊं रहा है शब्द क्रिया हन। अगला प्रश्न है हेठ लिखे वाकां विचों करता शब्दां दी चोण करो। सानू पता है कि जो काम करदा है उसनूं करता कहा जाता है। हुण असीं देखांगे कि इन्हां वाकां दे विचों करता शब्द किहड़ा है। जिवें वाक हन मैं फुटबाल खेडिया, ओह स्कूल गया, अमन बहुत सियाना लड़का है, माली ने फुल्लां नूं पानी दिता, कवि कविता सुनाएगा,
ਜੋਤੀ ਨੇ ਪਾਠ ਪੜ੍ਹਿਆ, ਬੱਚਾ ਪਤੰਗ ਉਡਾਉਂਦਾ ਹੈ, ਜਾਦੂਗਰ ਨੇ ਜਾਦੂ ਦਿਖਾਇਆ। ਹੁਣ ਅਸੀਂ ਇਹਨਾਂ ਦਿੱਤੇ ਹੋਏ ਵਾਕਾਂ ਦੇ ਵਿੱਚੋਂ ਕਰਤਾ ਸ਼ਬਦਾਂ ਦੀ ਚੋਣ ਕਰਾਂਗੇ। ਪਹਿਲਾ ਵਾਕ ਹੈ ਮੈਂ ਫੁੱਟਬਾਲ ਖੇਡਿਆ। ਇਸ ਵਾਕ ਦੇ ਵਿੱਚ ਮੈਂ ਸ਼ਬਦ ਕਰਤਾ ਹੈ। ਦੂਸਰਾ ਵਾਕ ਹੈ ਉਹ ਸਕੂਲ ਗਿਆ। ਇਸ ਵਾਕ ਵਿੱਚ ਉਹ ਸ਼ਬਦ ਕਰਤਾ ਹੈ। ਅਮਨ ਬਹੁਤ ਸਿਆਣਾ ਲੜਕਾ ਹੈ। ਇਸ ਵਾਕ ਵਿੱਚ ਅਮਨ ਸ਼ਬਦ ਕਰਤਾ ਹੈ। ਅਗਲਾ ਵਾਕ ਹੈ ਮਾਲੀ ਨੇ ਫੁੱਲਾਂ ਨੂੰ ਪਾਣੀ ਦਿੱਤਾ। ਇਸ ਵਾਕ ਦੇ ਵਿੱਚ ਕਰਤਾ ਮਾਲੀ ਸ਼ਬਦ ਹੈ। ਅਗਲਾ ਵਾਕ ਹੈ ਕਵੀ ਕਵਿਤਾ ਸੁਣਾਏਗਾ। ਇਸ ਵਾਕ ਦੇ ਵਿੱਚ ਕਵੀ ਸ਼ਬਦ ਕਰਤਾ ਹੈ। ਅਗਲਾ ਵਾਕ ਹੈ ਜੋਤੀ ਨੇ ਪਾਠ ਪੜ੍ਹਿਆ। ਇਸ ਵਾਕ ਵਿੱਚ ਜੋਤੀ ਸ਼ਬਦ ਕਰਤਾ ਹੈ। ਅਗਲਾ ਵਾਕ ਹੈ ਬੱਚਾ ਪਤੰਗ ਉਡਾਉਂਦਾ ਹੈ। ਇਸ ਵਾਕ ਵਿੱਚ ਬੱਚਾ ਸ਼ਬਦ ਕਰਤਾ ਹੈ। ਅਗਲਾ ਵਾਕ ਹੈ ਜਾਦੂਗਰ ਨੇ ਜਾਦੂ ਦਿਖਾਇਆ। ਇਸ ਵਾਕ ਦੇ ਵਿੱਚ ਜਾਦੂਗਰ ਸ਼ਬਦ ਕਰਤਾ ਹੈ। ਅਗਲਾ ਪ੍ਰਸ਼ਨ ਹੈ ਹੇਠ ਲਿਖੇ ਵਾਕਾਂ ਵਿੱਚੋਂ ਕਰਮ ਸ਼ਬਦਾਂ ਦੀ ਚੋਣ ਕਰੋ। ਸਾਨੂੰ ਪਤਾ ਹੈ ਕਿ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ। ਇਹਨਾਂ ਦਿੱਤੇ ਹੋਏ ਵਾਕਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਰਿਆ ਦਾ ਪ੍ਰਭਾਵ ਕਿਸ ਸ਼ਬਦ ਉੱਤੇ ਪੈ ਰਿਹਾ ਹੈ, ਉਹੀ ਸ਼ਬਦ ਸਾਡਾ ਕਰਮ ਸ਼ਬਦ ਹੋਵੇਗਾ। ਜਿਵੇਂ ਵਾਕ ਦਿੱਤੇ ਹਨ ਰਾਮ ਨੇ ਸੱਪ ਮਾਰਿਆ। ਇਸ ਵਾਕ ਦੇ ਵਿੱਚ ਸੱਪ ਸ਼ਬਦ ਕਰਮ ਹੈ। ਅਗਲਾ ਵਾਕ ਹੈ ਹਰਬੀਰ ਨੇ ਰੋਟੀ ਖਾਧੀ। ਇਸ ਵਾਕ ਵਿੱਚ ਰੋਟੀ ਸ਼ਬਦ ਕਰਮ ਹੈ। ਅਗਲਾ ਵਾਕ ਹੈ ਧੋਬੀ ਕੱਪੜੇ ਧੋ ਰਿਹਾ ਹੈ। ਇਸ ਵਾਕ ਵਿੱਚ ਕੱਪੜੇ ਸ਼ਬਦ ਕਰਮ ਹੈ। ਅਗਲਾ ਵਾਕ ਹੈ ਬਾਂਦਰ ਰੁੱਖ ਉੱਤੇ ਟੱਪ ਰਿਹਾ ਹੈ। ਇਸ ਵਾਕ ਦੇ ਵਿੱਚ ਰੁੱਖ ਸ਼ਬਦ ਕਰਮ ਹੈ। ਅਗਲਾ ਸ਼ਬਦ ਹੈ ਪੁਜਾਰੀ ਆਰਤੀ ਕਰ ਰਿਹਾ ਸੀ। ਇਸ ਵਾਕ ਦੇ ਵਿੱਚ ਆਰਤੀ ਸ਼ਬਦ ਕਰਮ ਹੈ। ਅਗਲਾ ਵਾਕ ਹੈ ਬਲਜੀਤ ਹਾਕੀ ਖੇਡਦਾ ਹੈ। ਇਸ ਵਾਕ ਦੇ ਵਿੱਚ ਹਾਕੀ ਸ਼ਬਦ ਕਰਮ ਹੈ। ਅਗਲਾ ਵਾਕ ਹੈ ਚੋਰ ਚੋਰੀ ਕਰਦਾ ਹੈ। ਇਸ ਵਾਕ ਵਿੱਚ ਚੋਰੀ ਸ਼ਬਦ ਕਰਮ ਹੈ। ਅਗਲਾ ਵਾਕ ਹੈ ਕੁੜੀ ਰੱਸੀ ਟੱਪਦੀ ਹੈ। ਇਸ ਵਾਕ ਦੇ ਵਿੱਚ ਰੱਸੀ ਸ਼ਬਦ ਕਰਮ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕੀਤੀ ਹੈ ਕਿਰਿਆ ਬਾਰੇ ਅਤੇ ਕਿਰਿਆ ਦੀ ਵੰਡ ਬਾਰੇ। ਕਿਰਿਆ ਦਾ ਅਰਥ ਹੈ ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਵਾਪਰਨ, ਕਰਨ ਜਾਂ ਹੋਣ ਦਾ ਪਤਾ ਲੱਗਦਾ ਹੋਵੇ ਉਹਨਾਂ ਸ਼ਬਦਾਂ ਨੂੰ ਕਿਰਿਆ ਕਹਿੰਦੇ ਹਨ। ਕਿਰਿਆ ਦੀ 4 ਮੁੱਖ ਭਾਗਾਂ ਵਿੱਚ ਵੰਡ ਕੀਤੀ ਜਾਂਦੀ ਹੈ। ਪਹਿਲੀ ਪ੍ਰਕਾਰ ਦੀ ਵੰਡ ਵਿੱਚ ਕਿਰਿਆ 2 ਤਰ੍ਹਾਂ ਦੀ ਹੁੰਦੀ ਹੈ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਦੂਸਰੀ ਪ੍ਰਕਾਰ ਦੀ ਵੰਡ ਹੈ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਅਤੇ ਦੋਹਰੀ ਪ੍ਰੇਰਨਾਰਥਕ ਕਿਰਿਆ। ਤੀਸਰੀ ਪ੍ਰਕਾਰ ਦੀ ਕਿਰਿਆ ਵੰਡ ਹੈ ਇਕੇਰੀ ਕਿਰਿਆ ਅਤੇ ਸੰਯੁਕਤ ਕਿਰਿਆ। ਚੌਥੀ ਪ੍ਰਕਾਰ ਦੀ ਕਿਰਿਆ ਵੰਡ ਹੈ ਮੂਲ ਕਿਰਿਆ, ਸਹਾਇਕ ਕਿਰਿਆ ਅਤੇ ਸੰਸਰਗੀ ਕਿਰਿਆ। ਧੰਨਵਾਦ।